पंजाब विच खुला करफ्यू, चल पईयां बसां। ਕਰਫਿਊ ਖੁੱਲਣ ਦੇ ਨਾਲ ਹੀ ਅੱਜ ਪੰਜਾਬ ਵਿੱਚ ਬੱਸਾਂ ਦੀ ਆਵਾਜਾਈ ਵੀ ਸ਼ੁਰੂ ਹੋ ਗਈ। ਪੰਜਾਬ ਦੇ ਬੱਸ ਅੱਡਿਆਂ ਤੇ ਅੱਜ 2 ਮਹੀਨਿਆਂ ਬਾਅਦ ਚਹਿਲ ਪਹਿਲ ਦਿਖਾਈ ਦਿੱਤੀ। ਹਾਲਾਂਕਿ ਬੱਸਾਂ ਚੱਲ ਪਈਆਂ ਪਰ ਸਵਾਰੀਆਂ ਦੀ ਘਾਟ ਬੱਸ ਡਰਾਈਵਰਾਂ ਨੂੰ ਰੜਕੀ, ਕਿਉਂਕਿ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਨੇ ਕਿ ਬੱਸਾਂ ਸਿਰਫ ਰੋਡਵੇਜ਼ ਦੀਆਂ ਬੱਸਾਂ ਹੀ ਚੱਲੀਆਂ ਤੇ ਸਵਾਰੀਆਂ ਵੀ ਘੱਟ ਹੀ ਦਿਖਾਈ ਦਿੱਤੀਆਂ। ਫਿਲਹਾਲ ਸਿਰਫ ਰੋਡਵੇਜ਼ ਦੀਆਂ ਲਾਰੀਆਂ ਹੀ ਸਵਾਰੀਆਂ ਚੁੱਕਣਗੀਆਂ। ਅੱਜ ਪਹਿਲੇ ਦਿਨ ਬੱਸ ਅੱਡਿਆਂ ਤੇ ਸੈਨੀਟਾਈਜ਼ਰ ਤੇ ਮਾਸਕ ਅਤੇ ਸਾਫ਼ ਸਫਾਈ ਦੇ ਖਾਸ ਪ੍ਰਬੰਧ ਦਿਖਾਈ ਦਿੱਤੇ। ਪਰ ਬੱਸਾਂ ਚੱਲਣ ਨਾਲ ਉਹਨਾਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਜੋ ਦੂਰ ਦੁਰਾਡੇ ਕੰਮਾਂ ਕਾਰਾਂ ਤੇ ਜਾਂਦੇ ਨੇ ਜਾਂ ਫਿਰ ਜਿਨ੍ਹਾਂ ਦੇ ਜ਼ਰੂਰੀ ਕੰਮ ਬੱਸਾਂ ਦੇ ਰੁਕਣ ਕਰਕੇ ਰੁਕੇ ਹੋਏ ਨੇ। ਤੁਹਾਨੂੰ ਦਿਖਾਉਂਦੇ ਹਾਂ ਪੰਜਾਬ ਦੇ 5 ਬੱਸ ਅੱਡਿਆਂ ਤੋਂ ਖਾਸ ਰਿਪੋਰਟ। ਪਹਿਲਾਂ ਤੁਹਾਨੂੰ ਲੈ ਚੱਲਦੇ ਹਾਂ ਸੰਗਰੂਰ ਦੇ ਬੱਸ ਅੱਡੇ ਤੇ ਬੱਸਾਂ ਤਾਂ ਖੜੀਆਂ ਸੀ ਪਰ ਸਵਾਰੀਆਂ ਘੱਟ ਹੀ ਦਿਖਾਈ ਦਿੱਤੀਆਂ। ਬੱਸਾਂ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਗਿਆ। ਤੁਸੀਂ ਦੇਖ ਸਕਦੇ ਹੋ ਕਿ ਇਹ ਬੱਸ ਦੇ ਵਿੱਚ ਸਵਾਰੀਆਂ ਜਿਹੜੀਆਂ हर सीट के उत्ते एक सवारी बिठाई गई है। सोशल डिस्टेंस का ध्यान रखा गया है। ਹੁਣ ਤੁਹਾਨੂੰ ਲੈ ਚੱਲਦੇ ਹਾਂ ਹੁਸ਼ਿਆਰਪੁਰ। ਇਥੋਂ ਦੇ ਲੋਕ ਵੈਸੇ ਵੀ ਕਾਫੀ ਹੁਸ਼ਿਆਰ ਮੰਨੇ ਜਾਂਦੇ ਨੇ ਤੇ ਇਹ ਹੁਸ਼ਿਆਰੀ ਦਿਖਾਈ ਵੀ ਦਿੱਤੀ। ਲੋਕਾਂ ਦੀ ਸਕਰੀਨਿੰਗ ਕਰਕੇ ਤੇ ਸੈਨੀਟਾਈਜ਼ ਕਰਕੇ ਬੱਸਾਂ ਵਿੱਚ ਚੜਾਇਆ ਜਾ ਰਿਹਾ ਹੈ। ਇਥੋਂ ਤੱਕ ਕਿ ਬੱਸਾਂ ਵਿੱਚ ਕੰਡਕਟਰ ਤੇ ਬੱਸ ਡਰਾਈਵਰ ਲਈ ਵੱਖਰਾ ਕੈਬਿਨ ਬਣਾਇਆ ਗਿਆ ਹੈ ਤਾਂ ਜੋ ਉਹਨਾਂ ਨੂੰ ਸਵਾਰੀਆਂ ਦੇ ਸੰਪਰਕ ਵਿੱਚ ਨਾ ਆਉਣਾ ਪਵੇ। ਇਸ ਦੇ ਬਾਵਜੂਦ ਇੱਥੇ ਥੋੜੀ ਕੋਤਾਹੀ ਦੇਖਣ ਨੂੰ ਮਿਲੀ। ਬੱਸ ਅੱਡੇ ਤੇ ਸਵਾਰੀਆਂ ਪਹੁੰਚ ਗਈਆਂ ਪਰ ਸਫਾਈ ਦਾ ਕੰਮ ਅਜੇ ਚੱਲ ਰਿਹਾ ਸੀ। ਅੱਜ ਮਿਤੀ 20/7 ਤੋਂ ਚਲਾਈਆਂ ਜਾਣਗੀਆਂ। ਉਹ ਰੂਟ ਹੋਣਗੇ ਹੁਸ਼ਿਆਰਪੁਰ ਮੋਹਾਲੀ, ਹੁਸ਼ਿਆਰਪੁਰ ਗੁਰਦਾਸਪੁਰ ਮੁਕੇਰੀਆਂ ਵਾਇਆ, ਹੁਸ਼ਿਆਰਪੁਰ ਟਾਂਡਾ ਬਟਾਲਾ, ਹੁਸ਼ਿਆਰਪੁਰ ਜਲੰਧਰ ਐਂਡ ਹੁਸ਼ਿਆਰਪੁਰ ਲੁਧਿਆਣਾ। ਤੋਂ ਬੱਸ ਨੂੰ ਪਹਿਲਾਂ ਵਰਕਸ਼ਾਪ ਦੇ ਵਿੱਚੋਂ ਸੈਨੀਟਾਈਜ਼ ਕੀਤਾ ਜਾਏਗਾ, ਡਿਸਇਨਫੈਕਸ਼ਨ ਕੀਤੀ ਜਾਏਗੀ। ਉਸ ਤੋਂ ਬਾਅਦ ਬੱਸ ਸਟੈਂਡ ਤੇ ਆਉਣ ਤੋਂ ਬਾਅਦ ਕੰਡਕਟਰ ਡਰਾਈਵਰ ਜੋ ਆਪਣੇ ਮਾਸਕ ਤੇ ਦਸਤਾਨੇ ਪਹਿਨ ਕੇ ਜਾਣਗੇ। ਸਵਾਰੀ ਦੀ ਸਕਰੀਨਿੰਗ ਕੀਤੀ ਜਾਵੇਗੀ। ਜੇਕਰ ਅਲਾਉਡ ਟੈਂਪਰੇਚਰ ਹੈ, ਜਿੰਨਾ ਕੁ ਆਮ ਮਤਲਬ ਨਾਰਮਲ ਟੈਂਪਰੇਚਰ ਵਾਲੀ ਸਵਾਰੀ ਨੂੰ ਅਲਾਉਡ ਕੀਤਾ ਜਾਏਗਾ। ਜੇਕਰ ਉਸ ਦਾ ਟੈਂਪਰ ਜ਼ਿਆਦਾ ਹੈ ਟੈਂਪਰੇਚਰ, ਉਸ ਨੂੰ ਬੱਸ ਵਿੱਚ ਬੈਠਣ ਲਈ ਅਲਾਉ ਨਹੀਂ ਕੀਤਾ ਜਾਏਗਾ। ਔਰ ਸਵਾਰੀ ਨੂੰ ਵੀ ਹਦਾਇਤ ਕੀਤੀ ਜਾਏਗੀ ਕਿ ਉਹ ਆਪਣੇ ਮੂੰਹ ਤੇ ਮਾਸਕ ਬੰਨ੍ਹ ਕੇ ਰੱਖਣਗੇ। ਬੱਸ ਜਿਹੜੀ ਪੁਆਇੰਟ ਟੂ ਪੁਆਇੰਟ ਚੱਲੇਗੀ। ਜਿਸ ਤਰ੍ਹਾਂ ਇੱਥੋਂ ਚੱਲ ਕੇ ਮੋਹਾਲੀ ਜਾਣਾ ਹੈ तो रास्ते में कितने नहीं रुकेगी, ना कोई सवारी लाई जाएगी। 50% लोड रखने लिए कहा गया है। जे 50 सीटां बस में हैं तो 25 सवारियां ही अलाउड की जाएगी। जेकर 500 सवारियां होंगी तो कितनी देर बाद बस चलाई जाएगी? ये डिपेंड करता सवारियां की अवेलेबिलिटी है। जेकर सानू 25 की बजाय 20 सवारियां भी हो जांदियां तो असीं बस नूं तोड़ देंगे। लेकिन जे 2-4 सवारियां तो फिर थोड़ा जिहा मुश्किल होएगा, उन्होंने थोड़ा होर इंतजार करना पएगा जी। असीं तकरीबन 50% ਜਿਹੜੀਆਂ ਬੱਸਾਂ ਆ ਉਹਨਾਂ ਦੇ ਵਿੱਚ ਇੱਕ ਟਰਾਂਸਪੇਰੈਂਟ ਸ਼ੀਟ ਲਗਾ ਕੇ ਉਹਨੂੰ ਵੱਖਰਾ ਕੈਬਨ ਬਣਾ ਦਿੱਤਾ ਗਿਆ ਤਾਂ ਕਿ ਉਹ ਸਵਾਰੀਆਂ ਨਾਲ ਸੰਪਰਕ ਨਾ ਹੋਵੇ। ਔਰ ਇਸ ਲਈ ਜਿਹੜੀ ਟਿਕਟ ਹੈ ਉਹ ਬੱਸ ਸਟੈਂਡ ਤੋਂ ਹੀ ਕੱਟੀ ਜਾਏਗੀ। ਠੀਕ ਹੈ ਜੀ, ਤਾਂ ਕਿ ਕੰਡਕਟਰ ਸਵਾਰੀ ਦੇ ਵਿੱਚ ਜ਼ਿਆਦਾ ਸੰਪਰਕ 'ਚ ਨਾ ਆਵੇ ਔਰ ਉਹ ਆਪਣਾ ਮਾਸਕ ਔਰ ਦਸਤਾਨੇ ਪਹਿਨ ਕੇ ਆਪਣੇ ਕੈਬਨ 'ਚ ਬੈਠਣ। ਇੱਕ ਜਿੱਦਾਂ ਤੁਸੀਂ ਕਹਿ ਰਹੇ ਸ਼ੀਟ ਲਗਾ ਦਿੱਤੀ ਹੈ, ਉਹਨੇ ਹਦਾਇਤ ਆਈ ਸੀ ਉਹਨੂੰ ਚੰਗੀ ਤਰ੍ਹਾਂ ਲਾਗੂ ਕੀਤਾ ਜਾਵੇ। ਉੱਪਰੋਂ ਛੇਕ ਹੈਗੇ ਨੇ, ਉੱਪਰੋਂ ਹਵਾ ਆਉਣ ਦਾ ਫਿਰ ਚਾਂਸ ਬਣ ਜਾਂਦੇ ਨੇ, ਉਹ ਪੂਰੀ ਤਰ੍ਹਾਂ ਸੇਫ ਨਹੀਂ ਹੈਗੀ। ਨਹੀਂ, ਉਸ ਜਿੱਥੋਂ ਜੋ ਉਹਦੇ ਕਮੀ ਪਾਈ ਜਾਏਗੀ ਉਹ ਨੈਕਸਟ ਪੂਰਾ ਅਧੂਰਾ ਜੋ ਹੈ ਉਹਨੂੰ ਠੀਕ ਸ਼ੀਟ ਲਈ ਸਰਕਾਰ ਵੱਲੋਂ ਵੀ ਹਦਾਇਤ ਸਾਨੂੰ ਵੱਖਰਾ ਕੈਬਨ ਕਿਹਾ ਸੀ ਹਾਲ ਦੀ ਟੈਂਪਰੇਰੀ ਤੌਰ ਤੇ ਜਲਦੀ ਵਿੱਚ ਇਹ ਆਪਾਂ ਟੈਂਪਰੇਰੀ ਸ਼ੀਟ ਲਗਾ ਕੇ ਇਹਨੂੰ ਬਣਾ ਦਿੱਤਾ ਜਾਵੇ। ਜੇਕਰ ਉਹ ਕਾਮਯਾਬ ਨਹੀਂ ਹੁੰਦੀ, ਬੱਸ ਚੱਲਣ ਨਾਲ ਸ਼ੀਟ ਫਟਦੀ ਹੈ ਤਾਂ ਫਿਰ ਇਸ ਦਾ ਕੋਈ ਦੂਸਰਾ ਪੱਕੀ ਸ਼ੀਟ ਲਗਾ ਕੇ ਪਰਮਾਨੈਂਟ ਸੋਲੂਸ਼ਨ ਕਰ ਲਿਆ ਜਾਵੇ। ਸਰ ਬੱਸ ਸਟੈਂਡ ਤੇ ਦੇਖਿਆ ਗਿਆ ਕਿ ਹੁਣ ਸਵੇਰੇ ਸਫਾਈ ਸ਼ੁਰੂ ਹੋਈ ਆ, ਪਹਿਲਾਂ ਸਫਾਈ ਵੀ ਨਹੀਂ ਕੀਤੀ ਗਈ। ਨਹੀਂ, ਸਫਾਈ ਇਸ ਤਰ੍ਹਾਂ ਕਿ ਕੱਲ ਆਫਟਰਨੂਨ ਜੋ ਹੈ ਉਹ ਸਾਨੂੰ ਆਦੇਸ਼ ਮਿਲੇ ਨੇ ਤਾਂ ਕੱਲ ਸਫਾਈ ਕਰਾਈ ਗਈ ਸੀ। ਕਿਉਂਕਿ ਇਹ 2 ਮਹੀਨੇ ਤੋਂ ਲੋਕਡਾਊਨ ਆ। ਜਿਹੜਾ ਇਹ ਬੱਸ ਸਟੈਂਡ ਆ ਇਹ ਠੇਕੇਦਾਰ ਨੂੰ ਦਿੱਤਾ ਗਿਆ ਸੀ। ਉਸ ਨੂੰ ਕੱਲ ਦੱਸਿਆ ਗਿਆ ਉਸ ਦੀ ਜੋ ਲੇਬਰ ਆ ਉਹ ਹਾਲੇ ਪਹੁੰਚੀ ਨਹੀਂ ਤਾਂ ਟੈਂਪਰੇਰੀ ਜੋ ਲੇਬਰ ਲਗਾ ਕੇ ਕੱਲ ਸਫਾਈ ਕੀਤੀ ਗਈ ਸੀ। ਦੇਖਿਆ ਗਿਆ ਕਿ ਸਫਾਈ ਕਰਮਚਾਰੀ ਜਿਹੜੇ ਸਫਾਈ ਕਰ ਰਹੇ ਆ, ਨਾ ਤਾਂ ਉਹਨਾਂ ਨੇ ਮਾਸਕ ਪਾਇਆ ਹੋਇਆ, ਨਾ ਹੀ ਉਹਨਾਂ ਨੇ ਗਲਵਸ ਔਰ ਪੈਰਾਂ ਵਿੱਚ ਚੱਪਲ ਤੱਕ ਨਹੀਂ ਪਾਈ। ਉਹ ਮੈਂ ਤੁਹਾਨੂੰ ਦੱਸਿਆ ਉਹ ਡੇਲੀ ਵੇਜ ਤੇ ਠੇਕੇਦਾਰ ਵੱਲੋਂ ਲਿਆਂਦੇ ਗਏ ਆ ਟੈਂਪਰੇਰੀ। ਇਮੀਡੀਏਟਲੀ ਜੋ ਠੇਕੇਦਾਰ ਦੀ ਲੇਬਰ ਆਏਗੀ ਉਹ ਪੂਰੇ ਪ੍ਰੀਕਾਸ਼ਨ ਦੇ ਨਾਲ ਸਾਫ਼ ਸਫਾਈ ਕਰੇਗੀ। ਸਰ ਵੈਸੇ ਤੁਸੀਂ ਇਹ ਕਹਿ ਰਹੇ ਪ੍ਰੀਕਾਸ਼ਨ ਦੇ ਨਾਲ ਇਹ ਬੰਦੇ ਨਹੀਂ ਇਹਨਾਂ ਦੀ ਪ੍ਰੀਕਾਸ਼ਨ ਕਰਨਾ। ਮੈਂ ਤੁਹਾਨੂੰ ਦੱਸਿਆ ਕਿ ਠੇਕੇਦਾਰ ਜੋ ਹੈ ਉਹ ਲੋਕਡਾਊਨ ਕਰਕੇ ਹਾਂ ਹਾਂਜੀ ਸਰ ਦੇਖਿਆ ਗਿਆ ਕਿ ਨਾ ਤਾਂ ਉਹਨਾਂ ਨੇ ਪੈਰਾਂ 'ਚ ਚੱਪਲ ਪਾਈ ਹੋਈ ਆ, ਨਾ ਹੀ ਉਹਨਾਂ ਨੇ ਗਲਵਸ ਪਾਏ ਹੋਏ ਨੇ, ਨਾ ਹੀ ਉਹਨਾਂ ਨੇ ਮਾਸਕ ਪਾਇਆ।
ਉਹ ਮੈਂ ਠੇਕੇਦਾਰ ਨੂੰ ਕਿਹਾ ਹੋਇਆ, ਫਿਰ ਵੀ ਦੁਬਾਰਾ ਕਰਾਂਗੇ ਕਿ ਜੋ ਵੀ ਲੇਬਰ ਸਾਫ਼ ਸਫਾਈ ਹੋਊਗੀ ਉਹ ਪ੍ਰੋਪਰ ਆਪਣੀਆਂ ਹਦਾਇਤਾਂ ਉਹਨੂੰ ਜਾਰੀ ਕੀਤੀਆਂ ਜਾਣਗੀਆਂ। ਮਾਸਕ ਔਰ ਦਸਤਾਨੇ ਉਹਨਾਂ ਨੂੰ ਪ੍ਰੋਵਾਈਡ ਠੇਕੇਦਾਰ ਵੱਲੋਂ ਜਾਂ ਸਾਡੇ ਵੱਲੋਂ ਕਰਵਾ ਦਿੱਤੇ ਜਾਣਗੇ ਜੇਕਰ ਧਿਆਨ ਚਾਹੋ। ਹੁਣ ਤੁਹਾਨੂੰ ਲੈ ਚੱਲਦੇ ਹਾਂ ਫਰੀਦਕੋਟ, ਜਿੱਥੇ ਬੱਸਾਂ ਵਿੱਚ 50% ਦੀ ਸਵਾਰੀਆਂ ਲੈ ਕੇ ਜਾਣ ਦੀ ਸ਼ਰਤ ਕਾਰਨ ਸਵਾਰੀਆਂ ਖੱਜਲ ਖੁਆਰ ਹੁੰਦੀਆਂ ਰਹੀਆਂ। ਬੱਸਾਂ 50% ਦੀਆਂ ਸਵਾਰੀਆਂ ਤੋਂ ਬਿਨਾਂ ਨਹੀਂ ਚੱਲ ਰਹੀਆਂ ਸੀ, ਜਿਸ ਕਾਰਨ ਸਵੇਰ ਤੋਂ ਆ ਕੇ ਬੈਠੇ ਲੋਕਾਂ ਨੂੰ ਲੰਬਾ ਇੰਤਜ਼ਾਰ ਕਰਨਾ ਪਿਆ, ਜਿਸ ਤੇ ਉਹਨਾਂ ਨਾਰਾਜ਼ਗੀ ਵੀ ਜਤਾਈ। ਰਾਤ ਅਸੀਂ ਪਤਾ ਕਰਕੇ ਗਏ ਜੀ, ਸਾਨੂੰ ਕਹਿੰਦੇ ਸੀਗੇ 5:30 ਵਜੇ ਲੁਧਿਆਣਾ ਰੂਟ ਜਾਊਗੀ ਜੀ, ਤੁਸੀਂ 5:30 ਵਜੇ ਸਿੱਧੀ ਲੁਧਿਆਣੇ ਜਾਣੀ ਹੈ, ਰਾਹ ਦੀ ਸਵਾਰੀ ਨਾ ਹੋਵੇ ਜੀ। 5:30 ਵਜੇ ਤੇ ਬਾਈ ਜੀ ਅਸੀਂ ਇੱਥੇ ਖੜੇ ਹਾਂ, ਹਜੇ ਤੱਕ ਕੋਈ ਸਾਨੂੰ ਕਹਿ ਰਿਹਾ ਵੀ 25 ਸਵਾਰੀਆਂ ਜਾਣੀਆਂ, 25 ਸਵਾਰੀਆਂ ਨਾ ਬਣ ਰਹੀਆਂ ਜੀ ਤੇ ਨਾ ਹੀ ਸਾਨੂੰ ਲਿਜਾ ਰਹੇ। ਤੁਹਾਨੂੰ ਕੀ ਲੱਗਦਾ, ਸਰਕਾਰ ਨੂੰ ਇਹ ਜਿਹੜੀ ਤੁਹਾਡੀ ਪਾਲਿਸੀ ਬਣਾਈ ਹੈ ਇਹਦੇ ਸੋਧ ਕਰਨੀ ਚਾਹੀਦੀ ਹੈ, ਕਿਉਂਕਿ 25 ਜੇਕਰ ਨਹੀਂ ਹੋਣਗੇ ਤਾਂ ਲੋਕਾਂ ਤੋਂ ਆਵਾਜਾਈ ਦੇ ਵਿੱਚ ਵੀ ਸਮੱਸਿਆ ਆਵੇਗੀ ਲੋਕਾਂ ਨੂੰ। ਵੇਖੋ ਬਾਈ ਜੀ 25 ਸਵਾਰੀਆਂ ਤਾਂ ਪੂਰੇ ਬਾਜ਼ਾਰ ਖੁੱਲ੍ਹਾ ਹੋਊਗਾ ਨਾ, ਫਿਰ ਵੀ ਨਹੀਂ ਆਪਾਂ ਧੁਰੋ ਧਰਜੇ ਕਹਿ ਰਹੇ ਨੇ ਲੁਧਿਆਣੇ ਦੀਆਂ 25 ਸਵਾਰੀਆਂ ਲੈ ਜਾਣੀਆਂ। 25 ਸਵਾਰੀਆਂ ਤਾਂ ਲੁਧਿਆਣੇ ਦੀਆਂ ਫੁੱਲ ਬਾਜ਼ਾਰ ਖੁੱਲ੍ਹੇ ਦੇ ਵਿੱਚ ਵੀ ਨਹੀਂ ਇਹਨਾਂ ਨੂੰ ਮਿਲਣਗੀਆਂ ਕਿਸੇ ਹਾਲਤ 'ਚ। ਛੋਟੇ ਅੱਡੇ ਤੋਂ ਇਹਨਾਂ ਨੂੰ ਚੱਕਣੀ ਪੈਣੀ ਆ ਸਵਾਰੀ ਜੀ। ਇਹ ਤਾਂ ਇੱਕ ਗੌਰਮੈਂਟ ਆਪਦੀ ਸੱਚੀ ਹੋ ਰਹੀ ਹੈ ਜੀ, ਕੈਪਟਨ ਸਰਕਾਰ ਸੱਚੀ ਹੋ ਰਹੀ ਆ ਵੀ ਅਸੀਂ ਬੱਸਾਂ ਚਾਲੂ ਕਰਤੀਆਂ, ਲੋਕਾਂ ਨੂੰ ਘਰੇ ਭਾਉਣ ਦਾ ਇੱਕ ਬਹਾਨਾ ਬਣਾਇਆ ਆ। ਕੈਪਟਨ ਸਰਕਾਰ ਸੱਚੀ ਹੋ ਰਹੀ ਆ ਵੀ ਬੱਸਾਂ ਚਾਲੂ ਹੋ ਗਈਆਂ, ਪਰ ਨਹੀਂ ਚਾਲੂ ਹੋਈਆਂ। ਅਸੀਂ ਖੁਦ ਦੇ ਤੜਕੇ ਦੇ 5:30 ਵਜੇ ਦੇ ਇੱਥੇ ਖਰਾਬ ਹੋ ਰਹੇ ਹਾਂ। ਸਮੱਸਿਆ ਜੀ ਕੱਲ ਅਸੀਂ ਪੁੱਛ ਕੇ ਗਏ ਸੀਗੇ ਵੀ ਚੰਡੀਗੜ੍ਹ ਵਾਸਤੇ ਬੱਸਾਂ ਚੱਲਣਗੀਆਂ। ਇਹਨਾਂ ਨੇ 3 ਟਾਈਮ ਦਿੱਤੇ ਵੀ ਅਸੀਂ ਇੰਨੇ ਵਜੇ ਤੁਰਾਂਗੇ, ਇੰਨੇ ਵਜੇ ਤੁਰਾਂਗੇ ਤੇ 3 ਵਜੇ ਤੁਰਾਂਗੇ। ਇਹ ਨਹੀਂ ਦੱਸਿਆ ਵੀ ਜੇ ਸਾਡੀਆਂ ਸਵਾਰੀਆਂ ਹੋਣਗੀਆਂ ਤੇ ਤੁਰਾਂਗੇ, ਨਹੀਂ ਸਵਾਰੀਆਂ ਹੋਣਗੀਆਂ ਤਾਂ ਨਹੀਂ ਤੁਰਾਂਗੇ। ਇਹਨਾਂ ਨੇ ਕਿਹਾ ਸਾਡੇ ਇੰਨੇ ਵਜੇ ਟਾਈਮ ਆ, ਤੁਸੀਂ ਸਵੇਰੇ ਪਹੁੰਚ ਜਾਓ, ਤੁਹਾਡੇ ਮੂੰਹ ਤੇ ਮਾਸਕ ਲੱਗਿਆ ਹੋਣਾ ਚਾਹੀਦਾ ਤੇ ਇੰਨੇ ਵਜੇ ਪਹੁੰਚ ਜਾਓ। ਅਸੀਂ 5 ਵਜੇ ਦੇ ਖੜੇ ਹਾਂ, ਬੱਸਾਂ ਤਿਆਰ ਖੜੀਆਂ, ਡਰਾਈਵਰ ਤਿਆਰ ਹੈ, ਲੇਕਿਨ ਇਹ ਕਹਿੰਦੇ ਜੀ 25 ਤੋਂ 12 ਸਾਨੂੰ ਘੱਟ ਆਰਡਰ ਹੈ ਵੀ 25 ਤੋਂ ਘੱਟ ਨਾ ਲੈ ਕੇ ਜਾਓ। ਲੇਕਿਨ ਮੈਨੂੰ ਇਹ ਨਹੀਂ ਸਮਝ ਆਉਂਦੀ, ਮੀਡੀਆ ਨੂੰ ਵੀ ਪਤਾ ਹੈ, ਇਸ ਨੂੰ ਵੀ ਪਤਾ ਹੈ, ਮੈਂ ਮੈਡੀਕਲ ਦਵਾਈਆਂ ਦੀ ਦੁਕਾਨ ਖੋਲ੍ਹ ਕੇ ਲਾਇਸੈਂਸ ਦਿੰਦੀ ਹੈ ਮੈਨੂੰ ਗੌਰਮੈਂਟ, ਤੇ ਮੈਂ ਦੁਕਾਨ ਬੰਦ ਕਰਕੇ ਘਰੇ ਬਹਿ ਜਾ ਤੇ ਮੇਰਾ ਲਾਇਸੈਂਸ ਗੌਰਮੈਂਟ ਜ਼ਬਤ ਕਰ ਦੂ ਵੀ ਅਸੀਂ ਹੋਰ ਕਿਸੇ ਨੂੰ ਦਿੰਦੇ ਹਾਂ। ਜਿਹੜੇ ਰੂਟ ਪਰਮਿਟ ਹੈ ਜਾਂ ਜਿਹੜੀ ਪਬਲਿਕ ਵਾਸਤੇ ਗੌਰਮੈਂਟ ਨੇ ਦਿੱਤੇ ਹੈ ਨਾ, ਇਹਨਾਂ ਨੂੰ ਮਸਟ ਰਨ ਕਰਨਾ ਪੈਂਦਾ ਉਸ ਟਾਈਮ 'ਤੇ। ਦੇ ਆਰ ਬਾਉਂਡ ਟੂ ਰਨ ਔਨ ਦੈਟ ਟਾਈਮ। ਉਸ ਦਿਨ ਉਸ ਤੇ ਟਾਈਮ 'ਤੇ ਇਹਨੂੰ ਚੱਲਣਾ ਪੈਣਾ, ਭਾਵੇਂ ਖਾਲੀ ਹੋਵੇ। ਅਸੀਂ 15-20 ਬੰਦੇ ਇੱਥੇ ਖੜੇ ਹਾਂ ਚੰਡੀਗੜ੍ਹ ਦੇ, ਸਾਨੂੰ ਕਹਿੰਦੇ ਜੀ 25 ਹੋਣਗੀਆਂ ਤਾਂ ਪੜਦਾ ਖਾਂਦਾ ਹੈ। ਤੇ ਅਸੀਂ ਬੱਸਾਂ ਦਾ ਮਤਲਬ 6 ਰੂਟਾਂ 'ਤੇ ਲਾਈਆਂ ਹੋਈਆਂ ਨੇ, ਸਵਾਰੀਆਂ ਘੱਟ ਆ ਰਹੀਆਂ, ਜਾਣੀ ਕਿ ਮਤਲਬ ਸਾਨੂੰ ਹੁਕਮ ਆ ਸਰਕਾਰ ਵੱਲੋਂ ਵੀ ਮਤਲਬ 20-25 ਸਵਾਰੀਆਂ ਹੋਣੀ ਚਾਹੀਦੀਆਂ, 50-55 ਸਵਾਰੀ ਹੋਣੀ ਚਾਹੀਦੀ। ਕਈ ਸਵਾਰੀਆਂ ਦੇਖੀਆਂ ਕਿ ਸਵੇਰ ਤੋਂ ਆ ਕੇ ਬੈਠੀਆਂ 5 ਵਜੇ ਤੋਂ ਹਲੇ ਤੱਕ ਕੋਈ 8 ਵਜੇ ਤੋਂ ਬਾਅਦ ਤੱਕ ਵੀ ਜਿਹੜੀ ਕੋਈ ਬੱਸ ਨਹੀਂ ਚੱਲੀ, ਇਸ ਨੂੰ ਲੈ ਕੇ ਸਵਾਰੀ ਮਤਲਬ ਹੁਣ ਆਈ ਨਹੀਂ ਜੀ, ਮਤਲਬ 2-4 ਸਵਾਰੀਆਂ ਨੇ, ਇਹਨਾਂ ਨੂੰ ਅਸੀਂ ਭੇਜ ਨਹੀਂ ਸਕਦੇ, ਸਾਨੂੰ ਸਰਕਾਰ ਦੇ ਹੁਕਮ ਹੈ। ਉਧਰ ਮਾਨਸਾ ਵਿੱਚ ਵੀ ਬੱਸਾਂ ਚੱਲ ਪਈਆਂ। ਬੱਸ ਅੱਡਾ ਇੰਚਾਰਜ ਨੇ ਜਾਣਕਾਰੀ ਦਿੱਤੀ ਕਿ ਕਿਹੜੇ-ਕਿਹੜੇ ਰੂਟ ਤੇ ਬੱਸਾਂ ਚਲਾਈਆਂ ਗਈਆਂ। ਸਾਡੇ ਸਰਕਾਰ ਵੱਲੋਂ ਮਾਨਸਾ ਬਰਨਾਲਾ, ਮਾਨਸਾ ਬੁਢਲਾਡਾ, ਮਾਨਸਾ ਬਠਿੰਡਾ ਤੇ ਮਾਨਸਾ ਪਟਿਆਲਾ ਜੀ, ਜ਼ਿਲ੍ਹਾ ਬਾਈ ਜ਼ਿਲ੍ਹੇ 'ਚ ਜਾਂਦੇ ਨੇ, ਪੰਜਾਬ ਦੇ ਵਿੱਚ ਹੀ ਹੈ ਜੀ। ਤੇ ਕਿਸ ਤਰ੍ਹਾਂ ਜਿਹੜੇ ਬੱਸ ਦੇ ਵਿੱਚ ਸਵਾਰੀਆਂ ਬਿਠਾਉਣੀਆਂ ਨੇ? 50% ਸਵਾਰੀ ਦੇ ਨਾਲ ਜੀ ਸਫ਼ਰ ਕਰਾਉਣਾ ਸਵਾਰੀ ਨੂੰ। ਸਵਾਰੀ ਚੜ੍ਹੂ ਤਾਂ ਹੱਥ ਤੇ ਸੈਂਸ ਤੇ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਤੇ ਕਿਰਾਏ ਦਾ ਕੋਈ ਕਿਰਾਏ ਦਾ ਜਿਵੇਂ ਦਫ਼ਤਰ ਦੇ ਹਦਾਇਤਾਂ ਆਉਣਗੀਆਂ ਉਸ ਹਿਸਾਬ ਨਾਲ ਹੀ ਚੱਲੂਗਾ। ਹੁਣ ਕੋਈ ਵਾਅਦਾ ਕੀਤਾ ਫਿਲਹਾਲ? ਨਹੀਂ, ਹਜੇ ਫਿਲਹਾਲ ਸਾਡੇ ਕੋਲ ਕੋਈ ਨਹੀਂ ਆਇਆ ਜੀ। ਪਠਾਨਕੋਟ ਵਿੱਚ ਵੀ ਬੱਸਾਂ ਚੱਲਣ ਨਾਲ ਲੋਕਾਂ ਨੇ ਰਾਹਤ ਦਾ ਸਾਹ ਲਿਆ। ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਦਿਖਾਈ ਦਿੱਤੀ ਕਿ ਹੁਣ ਉਹ ਆਪਣੇ ਕੰਮਾਂ ਤੇ ਜਾ ਸਕਣਗੇ। ਅੱਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੇ ਹੁਕਮਾਂ ਅਨੁਸਾਰ ਜਿਹੜੀ ਸਰਵਿਸ ਹੈ ਪਠਾਨਕੋਟ ਡਿਪੂ ਤੋਂ ਬਿਲਕੁਲ ਚਾਲੂ ਕਰਤੀ ਗਈ ਹੈ। ਇਸ ਡਿਪੂ ਨੂੰ 3 ਰੂਟ ਅਲਾਟ ਹੋਏ ਹਨ। ਪਠਾਨਕੋਟ ਤੋਂ ਅੰਮ੍ਰਿਤਸਰ ਵਾਇਆ ਗੁਰਦਾਸਪੁਰ ਬਟਾਲਾ, ਪਠਾਨਕੋਟ ਤੋਂ ਜਲੰਧਰ ਵਾਇਆ ਦਸੂਹਾ ਮਕੇਰੀਆਂ, ਪਠਾਨਕੋਟ ਤੋਂ ਹੁਸ਼ਿਆਰਪੁਰ ਵਾਇਆ ਦਸੂਹਾ ਮਕੇਰੀਆਂ। ਜਿਹੜੀ ਇਹ ਸਰਵਿਸ ਹੈ ਪਹਿਲੀ ਬੱਸ 7 ਵਜੇ ਤੋਰਤੀ ਹੈ ਹੁਸ਼ਿਆਰਪੁਰ ਵਾਸਤੇ, ਜਿਸ 'ਚ 16 ਸਵਾਰੀਆਂ ਬੈਠੀਆਂ ਹਨ, ਜਲੰਧਰ ਵਾਸਤੇ ਜਿਹਦੇ 'ਚ 26 ਸਵਾਰੀਆਂ ਬੈਠੀਆਂ ਹਨ, ਤੇ ਇੱਕ ਅੰਮ੍ਰਿਤਸਰ ਲਾਈ ਜਿਹਦੇ 14 ਸਵਾਰੀਆਂ। ਸਟਾਫ ਨੂੰ ਦੀ ਸੇਫਟੀ ਵਾਸਤੇ ਪ੍ਰੋਪਰ ਸੈਨੀਟਾਈਜ਼ਰ, ਗਲਵਸ, ਮਾਸਕ ਜਾਰੀ ਕਰਤੇ ਗਏ ਹਨ ਤੇ ਇੱਕ ਕੈਬਨ ਟਾਈਪ ਬਣਾਤਾ ਗਿਆ ਹੈ ਜਿੱਥੇ ਸਟਾਫ ਦੀ ਅਤੇ ਸਵਾਰੀਆਂ ਦੀ ਦਾ ਗੈਪ ਬਣਿਆ ਰਹੇ ਤੇ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਘਟੇ। ਇਹ ਬੱਸ ਜਿਹੜੀ 53 ਸੀਟਰ ਹੈ ਤੇ ਸਰਕਾਰ ਦੇ ਹੈਲਥ ਡਿਪਾਰਟਮੈਂਟ ਦੇ ਹੁਕਮ ਅਨੁਸਾਰ ਜਿਹੜੇ 25 ਤੋਂ 26 ਸਵਾਰੀਆਂ ਇੱਕ ਪਾਸੇ ਬਿਠਾਈਆਂ ਜਾ ਰਹੀਆਂ ਹਨ, ਜੋ ਵੀ ਸੋਸ਼ਲ ਡਿਸਟੈਂਸ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਆਪਣਾ ਇਹ ਗੋਲ ਚੱਕਰ ਬਣਾ ਕੇ ਜਿਹੜੇ ਬਿਲਕੁਲ ਆਪਾਂ ਜਿਹੜਾ 600 ਸਵਾਰੀ ਦਾ ਧਿਆਨ ਰੱਖਿਆ ਹੈ ਤੇ ਇਹ ਜਿਹੜੀ ਸਰਵਿਸ ਹੈ ਸਵੇਰੇ 7 ਤੋਂ ਸ਼ਾਮ 7 ਵਜੇ ਚੱਲੇਗੀ। ਇਹ ਪਠਾਨਕੋਟ ਡਿਪੂ ਇੱਕ ਥਰਡ ਡਿਪੂ ਐਸਾ ਡਿਪੂ ਆ ਜਿਹੜਾ 30 ਦਿਨ ਤੋਂ ਲਗਾਤਾਰ ਕੋਵਿਡ-19 ਦੀ ਸੇਵਾ ਕਰ ਰਿਹਾ ਤੇ ਕੋਈ 8 ਤੋਂ 10 ਹਜ਼ਾਰ ਦੇ ਕਰੀਬ ਜਿਹੜੇ ਪ੍ਰਵਾਸੀ ਮਜ਼ਦੂਰ ਜਾਂ ਇਸ ਤਰ੍ਹਾਂ ਫਸੇ ਸੀਗੇ। ਬਿਊਰੋ ਰਿਪੋਰਟ, ਜਗਬਾਣੀ ਟੀਵੀ।